ਭਰਿਆਰੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਗਰੀਬ ਨਵਾਜ਼। ਵਾਲੀਏ ਕੁਲ ਆਲਮ ਸ਼ਾਹੇ ਸ਼ਹਿਨਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਮੁਬਾਰਕ ਖੁਸ਼ੀਆਂ ਭਰੀ ਗੋਦ ਅੰਦਰ ਸਜ ਬੈਠੇ ਸਤਸੰਗੀ ਜਨੋ। ਸਤਿਗੁਰੂ ਜੀ ਦੀ ਕਿਰਪਾ ਹੋਈ ਨਿਤਾ ਪ੍ਰਤੀ ਦੀ ਤਰ੍ਹਾਂ ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਵਿੱਚ ਬੈਠ ਕੇ ਹਰ ਜਸ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਸ਼ਰਧਾ ਪ੍ਰੇਮ ਭਾਵਨਾ ਨਾਲ ਬੈਠ ਕੇ ਆਪ ਜੀ ਨੇ ਸਰਵਣ ਕੀਤਾ। ਗੁਰਮਤਿ ਵਿਚਾਰਾਂ ਦਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦੀ ਸਾਡੇ ਤੇ ਜੋ ਬਖਸ਼ਿਸ਼ ਸ਼ਬਦ ਰਾਹੀਂ ਹੋਈ, ਉਸ ਬਖਸ਼ਿਸ਼ ਨੂੰ ਆਪਣੀ ਝੋਲੀ ਵਿੱਚ ਪਵਾਉਣ ਦੇ ਲਈ ਆਪ ਜੀ ਸਤਿਗੁਰ ਕੋਲ ਆ ਕੇ ਬੈਠੇ। ਸਤਿਗੁਰ ਜੀ ਦੇ ਚਰਨਾਂ 'ਚ ਅਰਦਾਸ ਹੈ, ਸਾਡਾ ਆਇਆ ਸਾਡਾ ਬੈਠਣਾ ਗੁਰੂ ਤੇਗ ਬਹਾਦਰ ਮਹਾਰਾਜ ਸਫਲਾ ਬਣਾ ਦੇਣ। ਸੋ ਇਸੇ ਤਰ੍ਹਾਂ ਆਪਾਂ ਬਾਣੀ ਪੜ੍ਹਦੇ ਸੁਣਦੇ ਵਿਚਾਰਦੇ ਰਹੀਏ। ਅੱਜ ਦੇ ਪਾਵਨ ਬਚਨ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੋ ਬਖਸ਼ਿਸ਼ਾਂ ਜੋ ਰਹਿਮਤਾਂ ਵਰਤਾ ਰਹੇ ਆ, ਉਹਨਾਂ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਕਰੀਏ। ਆਓ ਸਤਿਗੁਰ ਕਿਰਪਾ ਕਰੇ, ਆਪ ਜੀ ਸੰਗਤ ਆਸੀਸ ਬਖਸ਼ੋ। ਸਤਿਗੁਰੂ ਜੀ ਤੋਂ ਆਗਿਆ ਲਈਏ, ਨਮਸਕਾਰ ਕਰੀਏ ਸਤਿਗੁਰੂ ਜੀ ਦੇ ਚਰਨਾਂ 'ਚ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਪਿਆਰ ਸਤਿਕਾਰ ਅਤੇ ਅਦਬ ਦੇ ਨਾਲ। ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਅੰਦਰ ਆਪ ਜੀ ਦੇ ਨਾਲ ਸਿਮਰਨ ਕਰਨ ਵਾਲੇ, ਸਿਮਰਨ ਦੀ ਰੰਗਤ ਦੇ ਵਿੱਚ ਰੰਗੇ ਹੋਏ ਜਿਹੜੇ ਮੁਕਤ ਹੋ ਗਏ, ਮੁਕਤੀ ਨਹੀਂ ਹੋਏ, ਸਤਿਗੁਰੂ ਜੀ ਕਹਿੰਦੇ ਆ ਹਰੀ ਰੂਪ ਨਿਰੰਕਾਰ ਦਾ ਰੂਪ ਹੀ ਹੋ ਗਏ। ਉਹਦੇ ਵਿੱਚ ਆਪਾਂ ਕੁਝ ਕੁ ਬਾਣੀ ਵਿੱਚੋਂ ਜ਼ਿਕਰ ਕੀਤਾ ਤੇ ਚਲੋ ਆਪਾਂ ਇੱਕ ਛੋਟੀ ਜਿਹੀ ਸਾਖੀ ਲੈ ਲਈ। ਉਹਦੇ ਰਾਹੀਂ ਆਪਾਂ ਇਸ ਬਚਨ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਕੀਤਾ ਸੀ। ਵੈਸੇ ਥੋੜ੍ਹਾ ਜਿਹਾ ਜਿਹੜਾ ਇਸ ਪਾਵਨ ਬਚਨ ਦੀ ਲਾਸਟ ਪੰਕਤੀ ਹੈ ਨਾ, ਜਾਂ ਪਹਿਲੀ ਤੋਂ ਆਪਾਂ ਥੋੜ੍ਹੀ ਜਿਹੀ ਸ਼ੁਰੂ ਕਰ ਲਈਏ ਤੇ ਅਗਲੀ ਗੱਲ ਜਿਹੜੀ ਉਹ ਸੌਖੀ ਸਮਝ ਲੱਗ ਜਾਏਗੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੱਲ ਕੀਤੀ ਸੀ ਸਿਮਰਨ ਦੀ।
ਜਿਹੜਾ ਸਿਮਰਨ ਕਰਦਾ ਹੈ, ਵੈਸੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਸੇ ਸਿਮਰੈ ਜਿਨ ਆਪ ਸਿਮਰਾਏ। ਸਿਮਰਦਾ ਉਹੀ ਹੈ ਜਿਹਨੂੰ ਉਹ ਆਪ ਸਿਮਰਾਏ, ਜਿਹਦੇ ਸਿਰ ਤੇ ਹੱਥ ਰੱਖਦੇ, ਰਹਿਮਤ ਕਰਦੇ, ਬਖਸ਼ਿਸ਼ ਕਰਦੇ। ਸਿਮਰਦਾ ਉਹੀ ਹੈ। ਸਾਡੇ ਕੋਈ ਪਾਇਆ ਨਹੀਂ, ਸਾਡੇ ਹੱਥ ਵੱਸ ਕੁਛ ਨਹੀਂ ਕਿ ਵੀ ਆਪਾਂ ਰੱਬ ਦਾ ਜਪ ਕਰ ਸਕੀਏ। ਸਾਡੇ ਅੰਦਰ ਜ਼ੋਰ ਇੰਨਾ ਵੀ ਨਹੀਂ ਕਿ ਆਪਾਂ ਚੱਲ ਕੇ ਗੁਰੂ ਕੋਲ ਆ ਜਾਈਏ। ਇਹ ਉਹ ਤਾਕਤ ਬਖਸ਼ਦਾ ਹੈ, ਉਹ ਬਲ ਬਖਸ਼ਦਾ ਹੈ, ਤੇ ਆਪਾਂ ਗੁਰੂ ਕੋਲ ਆਉਂਦੇ ਹਾਂ। ਬਿਨਾਂ ਬਲ ਤੋਂ, ਬਿਨਾਂ ਤਾਕਤ ਤੋਂ ਗੁਰੂ ਕੋਲ ਆਇਆ ਨਹੀਂ ਜਾ ਸਕਦਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜੇ ਘਟ ਸਿਮਰਨ ਰਾਮ ਕੋ, ਜਿਸ ਘਟ ਹਿਰਦੇ ਦੇ ਅੰਦਰ ਪਰਮਾਤਮਾ ਦਾ ਸਿਮਰਨ ਵਸਦਾ, ਸੋ ਨਰ ਮੁਕਤਾ ਜਾਨ, ਉਹ ਮੁਕਤ ਹੋ ਗਿਆ। ਕੱਲਾ ਆਪ ਹੀ ਨਹੀਂ ਮੁਕਤ ਹੁੰਦਾ। ਜਦੋਂ ਤੁਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੁਖਮਨੀ ਸਾਹਿਬ ਬਾਣੀ ਪੜ੍ਹਦੇ ਹਾਂ, ਉਸ ਦਿਨ ਵੀ ਬੇਨਤੀ ਕੀਤੀ ਸੀ, ਬਾਣੀ ਤੇ ਆਪਾਂ ਇਹ ਰੋਜ਼ ਪੜ੍ਹਨ ਵਾਲੀਆਂ ਬਾਣੀਆਂ ਸਾਡੀਆਂ। ਇਹ ਨਹੀਂ ਕਿ ਵੀ ਆਪਾਂ ਰੋਜ਼ ਪੜ੍ਹਦੇ ਨਹੀਂ, ਰੋਜ਼ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ। ਉਹ ਗੱਲ ਵੱਖਰੀ ਹੈ ਕਿ ਵੀ ਪਕੜ ਨਹੀਂ ਸਾਡੀ ਬਣਦੀ, ਬੜੀ ਔਖੀ ਘਾਟੀ ਹੈ। ਮਾਇਆ ਦੀ ਦੁਨੀਆ ਵਿੱਚ ਰਹਿੰਦੇ ਹਾਂ, ਮਾਇਆ ਦੀ ਪਕੜ ਹੈ, ਬਾਣੀ ਦੀ ਪਕੜ ਨਹੀਂ ਹੈ। ਪਦਾਰਥਾਂ ਦੀ ਪਕੜ ਹੈ, ਨਿਰੰਕਾਰ ਦੀ ਪਕੜ ਨਹੀਂ ਹੈ ਸਾਡੇ ਅੰਦਰ। ਉਹਦੇ ਵਿੱਚ ਜਦੋਂ ਤੁਸੀਂ ਸੈਕਿੰਡ ਲਾਸਟ ਅਸ਼ਟਪਦੀ ਪੜ੍ਹਦੇ ਹੋ, ਤੇ ਸਤਿਗੁਰੂ ਜੀ ਇੱਕ ਬੜੀ ਕਮਾਲ ਦੀ ਗੱਲ ਕਹਿੰਦੇ ਆ। ਸਤਿਗੁਰੂ ਜੀ ਉੱਥੇ ਮੁਕਤ ਹੋਣ ਵਾਲਿਆਂ ਦੀ ਗੱਲ ਕਰਦੇ ਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਮੁਕਤ ਹੋਣ ਵਾਲਿਆਂ ਦੀ ਗੱਲ ਹੈ। ਕਹਿੰਦੇ ਉਹ ਆਪ ਮੁਕਤ ਨਹੀਂ ਹੁੰਦਾ। ਧੰਨ ਹੈ, ਧੰਨ ਹੈ, ਧੰਨ ਹੈ ਉਹ ਜਨ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਹਦੇ ਆਉਣ ਦੇ ਨਾਲ ਜਗਤ ਨੂੰ ਤਰਨ ਦੀ ਜਾਚ ਆ ਗਈ, ਮੁਕਤੀ ਦਾ ਰਾਹ ਮਿਲ ਗਿਆ। ਤੇ ਉਸੇ ਪੰਕਤੀ ਦੇ ਅੰਦਰ ਅੱਗੇ ਕਹਿੰਦੇ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਤੇ ਲਾਸਟ ਵਿੱਚ ਸਤਿਗੁਰੂ ਜੀ ਕਹਿੰਦੇ, ਆਪ ਮੁਕਤ ਮੁਕਤ ਕਰੈ ਸੰਸਾਰ। ਆਪ ਵੀ ਮੁਕਤ ਹੁੰਦਾ ਹੈ, ਸੰਸਾਰ ਨੂੰ ਵੀ ਮੁਕਤ ਕਰ ਦਿੰਦਾ ਹੈ। ਇਹੋ ਜਿਹੇ ਜਨ ਦਾ ਆਉਣਾ ਪ੍ਰਵਾਨ, ਜਿਹੜਾ ਸੰਸਾਰ ਨੂੰ ਮੁਕਤੀ ਦੇ ਰਾਹ ਤੇ ਤੋਰਦਾ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜਦੋਂ ਬਾਣੀ ਦੇ ਅੰਦਰ ਐਸਿਆਂ ਦੀਆਂ ਹੀ ਗੱਲਾਂ ਕਰਦੇ ਆ, ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਹੜਾ ਆਪ ਤੇ ਨਾਮ ਜਪ ਕੇ ਮੁਕਤ ਹੋਣ ਦੀਆਂ ਬਾਤਾਂ ਸਿੱਖਦਾ ਹੈ, ਤੇ ਦੂਜਿਆਂ ਨੂੰ ਵੀ ਨਾਮ ਜਪਾ ਕੇ, ਦੂਜਿਆਂ ਨੂੰ ਵੀ ਗੁਣ ਦੇ ਕੇ ਸੰਸਾਰ ਭਵਜਲ ਤੋਂ ਕੀਤੀ ਛੁੱਟੀ ਉਹਨਾਂ ਦੀ ਕਰਾ ਦਿੰਦਾ ਹੈ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜੇ ਘਟ ਸਿਮਰਨ ਰਾਮ ਕੋ, ਤੇ ਨਰ ਮੁਕਤਾ ਜਾਨ। ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਗੁਰੂ ਤੇਗ ਬਹਾਦਰ ਮਹਾਰਾਜ, ਥੋੜ੍ਹਾ ਜਿਹਾ ਇਸ ਪੰਕਤੀ ਨੂੰ ਸਮਝਿਓ। ਕੱਲ੍ਹ ਚਲੋ ਆਪਾਂ ਇੱਕ ਸਾਖੀ ਲੈ ਲਈ, ਤੇ ਬਾਣੀ ਵਿੱਚੋਂ ਇਹਨੂੰ ਮੈਂ ਆਪ ਜੀ ਦੇ ਨਾਲ ਸਾਂਝੀ ਨਹੀਂ ਕਰ ਪਾਇਆ, ਬਸ ਥੋੜ੍ਹਾ ਜਿਹਾ, ਫਿਰ ਅਗਲਾ ਸ਼ਲੋਕ ਵਿਚਾਰਾਂਗੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਭਾਈ ਹੇ ਮਿੱਤਰ, ਹੇ ਸੱਜਣ, ਇਸ ਗੱਲ ਨੂੰ ਸਮਝ, ਸੱਚ ਕਰਕੇ ਜਾਣ। ਤੇ ਨਰ ਹਰ ਅੰਤਰ ਨਹੀਂ, ਉਸ ਮਨੁੱਖ ਦੇ ਵਿੱਚ ਤੇ ਹਰੀ ਦੇ ਵਿੱਚ ਕੋਈ ਅੰਤਰ ਨਹੀਂ। ਜਿਹੜਾ ਰੱਬ ਦੇ ਵਿੱਚ ਮਿਲ ਗਿਆ, ਭੇਦ ਹੀ ਕੋਈ ਨਹੀਂ। ਉਦਾਹਰਨ ਵਜੋਂ ਜਿਵੇਂ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਜੋਤੀ ਮੈਂ ਜੋਤ ਰਲੀ ਸੰਪੂਰਨ ਥੀਆ ਰਾਮ। ਉੱਥੇ ਜੋਤੀ ਦੇ ਵਿੱਚ ਜੋਤ ਰਲ ਜਾ, ਕੱਢ ਨਹੀਂ ਸਕਦੇ ਕਿਹੜਾ ਹੈ। ਇੱਕ ਹੋਰ ਉਦਾਹਰਨ ਆਉਂਦੀ ਬਾਣੀ ਦੇ ਅੰਦਰ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਸੂਰਜ ਦੀਆਂ ਕਿਰਨਾਂ ਕਿਰਨਾਂ ਦੇ ਵਿੱਚ ਮਿਲ ਜਾਂਦੀਆਂ ਨੇ, ਜਲ ਪਾਣੀ ਜਿਹੜਾ ਹੈ ਉਹ ਪਾਣੀ ਦੇ ਵਿੱਚ ਮਿਲ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ, ਰੱਬ ਨੂੰ ਜਪਣ ਵਾਲਾ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ।
फिर थोड़ा जिहा बाणी विचों जेड़ा बचन आपां पढ़दे आ ना, तू तू करता तू हुआ मुझ में रहा ना हूं, जब आपा पर का मिट गया जत देखो तत तू। वो भी रब ते जपण वाले दा एक अपना ही आनंद है। उत्ते कहंदे हे रब्बा, जदों दा मैं अपनी मैं नूं हटा के, अपने हंकार नूं हटा के, जदों दा मैं तू तू करन लगा ना, जदों दा मैं तेनू जपण लगा, तू तू करदा मैं तू ही हो गया। अक्सर एक मैं बेनती होर करां, तू शब्द जिहड़ा है साडी आम लैंगुएज विच, बोली दे विच बड़ा माड़ा समझिया जांदा है। भाव इस शब्द नूं आपां कहने आ कि भी जिहड़ा साडे नाल तू करके बोलदा ना, आपां कहने इहनूं बोलण दा चज नहीं है, इन बोलण दा ढंग नहीं है। पर धन गुरु ग्रंथ साहिब महाराज जी की बाणी दे अंदर भगत ते रब की जदों गल चलदी है, तां उत्थे तां तू तू की गल चलदी है। इत्थे नहीं है, एक बचन होर है। सतगुरु जी ने जदों बाणी दे अंदर हरहट की भी गल, हरहट तुसीं समझदे होवोगे, समझदार बैठे हो, पुरातन समय दे अंदर खूह चलदे सन, खूहां दे विचों पानी कढ़िया जांदा सी, ते ओदे अंदर अज भी तुसी, मैं अक्सर उदाहरण देना, तुसी छे हरटा साहब गुरुद्वारा जे तुसी दर्शन कीते आ, अज भी वो खूह सतगुरु जी का लाया होया उस तरह सिक्खी ने संभाल के रखा होया। अज भी सिक्खी दर्शन करती है उहदे। जे किते तुहानूं उस पासे जाण दा मौका मिले तो दर्शन करियो। उसी 6 हट्टां वाला खूह जिहदे विचों पानी कढ़िया जांदा सी, उहनूं कहंदे सी हरहट। बलद या कोई इहो जिहा पशु जो लैना, ढग्गे जो लैने, तो वह हरहट चल पैना, तो उहदे नाल पानी कढ़ी जाना। उही पानी पीण दे काम आउणा, उही पानी खेतां दे काम आउणा। इस तरह उहदे विचों लिया जांदा सी। सो विचार बेनती कर लगा सां, सतगुरु जी ने जदों हरहट की भी गल की, जदों उहदे नाल भी गल्लां कीतियां, ते उत्थे भी आख्या हरहट पी तू तू करै, बोलै भली बाण पर। मैं आप जी दे नाल सांझी कर रहा, ते नर हर अंतर नहीं। ते भगत कबीर जी कहंदे हे रब्बा, जदों दा मैं तू तू करन लगा ना, जदों दा मैं तेनू तेनू जपण लगा, तू तू करता तू हुआ, ते नर हर अंतर नहीं। तू मैं हो गया, मैं तू हो गया। ते अगे कहंदे तू तू करता तू हुआ, मुझ में रहा ना हूं। हुण मेरे अंदर हंकार ही कोई नहीं, आपा पर का मिट गया जत देखो तत तू। हुण मैं जिधर वेखदा, जिस पासे नजर मारदा, जह जह पिको, तुसी हुक्मनामा पढ़ के आए हो, धन गुरु अर्जन देव महाराज, शायद जेकर मैं भुलदा ना होवां, धनासरी राग दे अंदर ये बचन है। ते गुरु अर्जन देव महाराज उत्थे ही कह रहा, कहन लगे रब दे विच मिलिया होया ने जदों रब नूं वेखिया, उन्होंने कह दिता, जह जह पेखों तै हजूर, दूर कतों ना जाई, रब रखिया सर्बत्र मैं मन सदा ध्याई। ये मेरे मना सदा उन्होंने ध्याई। जे उहदे विच एकमिक होना चाहुंदा है ना, जे रब दे विच तू रंगिया जाना चाहुंदा है, ते एक गल चेते रखी, फिर तेनू रब हर एक पासे दिसना चाहिए। सो होर आपां बाणी दे विचों थोड़ा जिहा इनू वेख लईए। एक बचन आपां भगत रविदास जी दा पढ़दे आ। भगत रविदास जी भी उत्ते, वैसे धन गुरु ग्रंथ साहिब महाराज जी की बाणी दे अंदर अपनी नॉलेज दे लई, अपनी समझ दे लई आपां ये वेखना है। भगत रविदास जी दे सिर्फ बाणी दे अंदर 40 शब्द ने। ते पहला राग जदों शुरू हुंदा है श्री राग, श्री राग दे अंदर पहला शब्द हुंदा है, मैं बेनती करदा, ते नर हर अंतर नहीं। हे रब्बा, भगत रविदास जी बड़ी कमाल की गल कह गए। धन और ओ भगत जिहड़ा कहंदा है तोही मोही मोही तोही, इनू ध्यान नाल समझिओ, ते नर हर अंतर नहीं। भगत रविदास जी कहंदे तोही मोही, तेरे ते मेरे, मोही तोही, मेरे ते तेरे, तेरे ते मेरे विच कोई फर्क ही नहीं रहा। बेनती फिर करां,
ਪੰਜ ਤੱਤਾਂ ਦਾ ਸਰੀਰ ਭਗਤ ਰਵਿਦਾਸ ਜੀ ਦਾ, ਤੇ ਰੱਬ ਤੇ ਪੰਜ ਤੱਤਾਂ ਵਿੱਚ ਆਉਂਦਾ ਹੀ ਨਹੀਂ। ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਉੱਥੇ ਗੱਲ ਬੜੀ ਕਮਾਲ ਦੀ ਕਰਦੇ ਆ, ਕਹਿਣ ਲੱਗੇ ਜਿਵੇਂ ਕਨਕ ਕਟਕ ਜਲ ਤਰੰਗ ਜੈਸਾ। ਬੜਾ ਪਿਆਰੀ ਉਦਾਹਰਨਾਂ ਨੇ। ਕਟਕ, ਕਟਕ ਦਾ ਅਰਥ ਹੁੰਦਾ ਹੈ ਕਟਕ ਕਨਕ, ਜਲ ਤਰੰਗ ਜੈਸਾ, ਕਟਕ ਦਾ ਅਰਥ ਹੁੰਦਾ ਸੋਨਾ। ਕਹਿੰਦੇ ਜਿਵੇਂ ਸੋਨੇ ਦੇ ਡਲੀਆਂ ਹੁੰਦੀਆਂ ਨੇ, ਪਰ ਉਹਨਾਂ ਨੂੰ ਪਿਘਲਾ ਕੇ ਉਹਦੇ ਰੂਪ ਦੇ ਦਿੱਤੇ ਜਾਂਦੇ ਨੇ, ਉਹ ਸੋਨੇ ਤੋਂ ਅਲੱਗ ਨਹੀਂ ਹੁੰਦੇ, ਇੱਕ ਹੀ ਰੂਪ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਕਨਕ ਕਟਕ ਜੈਸੇ ਜਲ ਤਰੰਗ ਜੈਸੇ, ਜਿਵੇਂ ਜਲ ਦੇ ਵਿੱਚੋਂ ਉੱਠੀਆਂ ਲਹਿਰਾਂ ਜਲ ਦੇ ਵਿੱਚ ਸਮਾ ਜਾਂਦੀਆਂ ਨੇ। ਹੇ ਰੱਬਾ, ਮੈਂ ਵੀ ਭਾਵੇਂ ਪੰਜ ਤੱਤਾਂ ਦਾ ਬਣਿਆ, ਪਰ ਮੈਂ ਤੇਰੇ ਤੋਂ ਅਲੱਗ ਨਹੀਂ ਆ। ਹੋਰ ਬੜੀਆਂ ਕਮਾਲ ਦੀਆਂ ਭਗਤ ਰਵਿਦਾਸ ਜੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗੰਮ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਈ। ਉੱਥੇ ਵੀ ਭਗਤ ਰਵਿਦਾਸ ਜੀ ਇਹੀ ਉਦਾਹਰਣ ਦੇ ਰਿਹਾ। ਕਹਿਣ ਲੱਗੇ ਜਿਵੇਂ ਅਨਲ ਅਗੰਮ ਜੈਸੇ ਲਹਿਰ ਮੈਂ ਉਦਤ, ਇਹ ਵਾਹਿਗੁਰੂ ਤੇ ਨਰ ਹਰ ਅੰਤਰ ਨਹੀਂ। ਜਿਵੇਂ ਸਮੁੰਦਰ ਦੇ ਵਿੱਚ ਉੱਠੀਆਂ ਹੋਈਆਂ ਲਹਿਰਾਂ ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਹੇ ਰੱਬਾ ਤੇਰਾ ਨਾਮ ਜਪ ਜਪ ਕੇ, ਤੇਰੀ ਬੰਦਗੀ ਕਰ ਕਰਕੇ, ਤੈਨੂੰ ਧਿਆ ਧਿਆ ਕੇ, ਹੇ ਰੱਬਾ ਮੈਂ ਤੇਰਾ ਰੂਪ ਹੀ ਹੋ ਗਿਆ। ਹੁਣ ਭਗਤ ਕਬੀਰ ਜੀ ਦਾ ਇੱਕ ਬਚਨ ਚੇਤੇ ਆਇਆ। ਬੜੀ ਵਾਰ ਆਪਾਂ ਇਹ ਬਚਨ ਸਾਂਝਾ ਕਰਦੇ ਹਾਂ। ਪਿੱਛੇ ਵੀ ਆਪਾਂ ਇਹਨਾਂ ਸਲੋਕਾਂ ਦੀ ਜਦੋਂ ਵਿਚਾਰ ਕੀਤੀ ਸੀ, ਉਦੋਂ ਵੀ ਆਪਾਂ ਬਚਨ ਸਾਂਝੇ ਕੀਤੇ ਸਨ। ਭਗਤ ਕਬੀਰ ਜੀ ਕਹਿੰਦੇ ਆ, ਤੇ ਨਰ ਹਰ ਅੰਤਰ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਰੀ ਤੇ ਜਨ ਵਿੱਚ ਕੋਈ ਅੰਤਰ ਹੀ ਨਹੀਂ ਹੈ, ਹਰੀ ਦਾ ਰੂਪ ਹੀ ਹੋ ਗਏ। ਜਿਵੇਂ ਭਗਤ ਕਬੀਰ ਜੀ ਕਹਿੰਦੇ ਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਪਹਿਚਾਣ ਕਰ ਭਗਤ ਕਬੀਰ ਕੌਣ ਹੈ, ਪਹਿਚਾਣ ਕਰ ਰਾਮ ਕੌਣ ਹੈ। ਹੁਣ ਰਾਮ ਤੇ ਭਗਤ ਕਬੀਰ ਦੇ ਅੰਦਰ ਫਰਕ ਹੀ ਕੋਈ ਨਹੀਂ, ਕਿਉਂਕਿ ਰਾਮ ਨੂੰ ਜਪਦਿਆਂ ਜਪਦਿਆਂ ਭਗਤ ਕਬੀਰ ਜੀ ਰਾਮ ਹੀ ਹੋ ਗਏ ਨੇ। ਫਿਰ ਇੱਥੇ ਇੱਕ ਸ਼ੰਕਾ ਸਾਡੇ ਅੰਦਰ ਆ ਜਾਏਗਾ, ਕਿਹੜਾ ਰਾਮ? ਦਸ਼ਰਥ ਦਾ ਪੁੱਤਰ ਰਾਮ ਨਹੀਂ, ਜਿਹਨੂੰ ਰਘੁਵੰਸ਼ ਕਿਹਾ ਜਾਂਦਾ ਉਹ ਨਹੀਂ। ਇੱਥੇ ਰਮਿਆ ਹੋਇਆ ਪਰਮਾਤਮਾ ਨਿਰੰਕਾਰ ਦੀ ਗੱਲ ਹੈ। ਇੱਕ ਭਗਤ ਦੇ, ਇੱਕ ਦਰਵੇਸ਼ ਦੇ ਅੰਦਰ ਦੀ ਬਾਤ ਹੈ। ਉਹ ਦਰਵੇਸ਼ ਕਹਿੰਦਾ, ਰੱਬਾ ਜਦੋਂ ਦਾ ਤੈਨੂੰ ਧਿਆਉਣਾ ਸ਼ੁਰੂ ਕੀਤਾ ਹੈ, ਇੰਜ ਲੱਗਦਾ ਜਿਵੇਂ ਤੂੰ ਮੈਂ ਹੋ ਗਿਆ, ਮੈਂ ਤੂੰ ਹੋ ਗਿਆ। ਬਸ ਆਹ ਕਹਾਣੀ ਬਣ ਗਈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਇਹ ਕਹਿੰਦੇ ਆ, ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਸ ਗੱਲ ਨੂੰ ਬੰਦਿਆ ਸੱਚ ਕਰਕੇ ਜਾਣ ਲੈ, ਮੰਨ ਲੈ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਆ ਜਿਹੜੇ ਰੱਬ ਦੇ ਵਿੱਚ ਸਮਾ ਜਾਂਦੇ ਆ। ਫਿਰ ਥੋੜਾ ਜਿਹਾ ਧਿਆਨ ਦਿਓ, ਮੇਰੇ ਵਾਂਗ ਗੱਲ ਕਰ ਲੈਣੀ ਬੜੀ ਸੌਖੀ ਹੈ, ਪਰ ਸਮਾ ਜਾਣਾ ਬੜਾ ਔਖਾ ਹੈ। ਇਹਦੇ ਵਿੱਚ ਸਮਾਉਣ ਦੇ ਲਈ ਨਾ ਆਪਣੇ ਆਪ ਨੂੰ ਬੜਾ ਮਾਰਨਾ ਪੈਂਦਾ, ਬੜਾ ਮਾਰਨਾ ਪੈਂਦਾ। ਜਿੰਨਾ ਮਾਰੋਗੇ ਓਨਾ ਥੋੜਾ। ਜਿੰਨਾ ਆਪਣੇ ਆਪ ਨੂੰ ਮਾਰਦੇ ਜਾਵਾਂਗੇ ਨਾ, ਤ੍ਰਿਸ਼ਨਾਵਾਂ, ਲਾਲਸਾਵਾਂ, ਇੱਛਾਵਾਂ ਸਭ ਛੱਡਦੇ ਜਾਵਾਂਗੇ, ਸਾਡਾ ਅੰਦਰ ਮਰਦਾ ਜਾਏਗਾ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਇਸ ਤਰ੍ਹਾਂ ਦੀ ਅਵਸਥਾ ਜਿੱਦਣ ਬਣ ਗਈ ਹੈ ਨਾ, ਸਤਿਗੁਰੂ ਜੀ ਕਹਿੰਦੇ ਸੱਚ ਕਰਕੇ ਜਾਣੀ। ਆਸਾਵਾਂ ਵੀ ਮਰ ਗਈਆਂ, ਫੁਰਨੇ ਮਰ ਗਏ ਅੰਦਰ ਦੇ, ਅੰਦਰ ਦੀਆਂ ਲਾਲਸਾਵਾਂ ਨੂੰ, ਅੰਦਰ ਦੀਆਂ ਤਰੰਗਾਂ ਨੂੰ ਮਾਰ ਲਿਆ ਜਿੱਦਣ ਤੂੰ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਜਿੱਦਣ ਆ ਅਵਸਥਾ ਬਣ ਗਈ, ਉਸ ਦਿਨ ਭਗਤਾਂ ਦੇ ਵਾਂਗ ਥੋੜੀ ਜਿਹੀ ਚਾਲ ਨਿਰਾਲੀ ਹੋ ਜਾਏਗੀ। ਫਿਰ ਜਿਹੜੇ ਭਗਤ ਜਿੱਥੇ ਜਾਂਦੇ ਆ, ਉੱਥੇ ਤਾਂ ਫਿਰ ਹੋਰ ਬਾ ਕਮਾਲ ਦੀਆਂ ਗੱਲਾਂ ਨੇ। ਉੱਥੇ ਵੀ ਗੁਰੂ ਅਮਰਦਾਸ ਮਹਾਰਾਜ ਜਾ ਕੇ ਕਹਿੰਦੇ ਆ, ਸਤਿਗੁਰੂ ਜੀ ਕਹਿੰਦੇ, ਲੱਭ ਲੋਭ ਅਹੰਕਾਰ ਤਜ, ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ,
गुर प्रसादी जिनी आप तजिया हर वासना समाणी, कह नानक चाल भगतां जुगो जुग निराली। जे समाना है रब दे अंदर ते नर हर अंतर नहीं, फिर तेनू इस तरह का बनना पएगा। मैं पहले ही कह उठिया बड़ी औखी घाटी जे, बड़ी औखी घाटी कह लेना। तो मैं बेनती करा, मैं जदों विचार करदा ना चेते रखना, चलो तुहाडी अपनी समझ है, मेरी अपनी समझ है, मैं अपने लिए करदा। मैं ते अपने मन नूं समझा रहा हुन्ना कि मना तू किन्ने कु कदम पुट्टे ने दिन दे अंदर। सवेर भी बीत गई, रात भी बीत गई, कदी अंदाजा ला के वेख्या ही कि भी रब वाले पासे किन्ना कु कदम आया। देखो रब वाले पासे कदम, हालांकि संसारी जीव हाँ, संसार वाले पासे ज़्यादा पुट लेने आ, रब वाले पासे एक अद्धा ही कदम पुट पैने आ। चलो वो भी सतगुरु जी कहते आ, वो भी पुट्टिया प्रवान है। कबीर एक घरी आदि करी, आदि गुते आद भगतन सेती गोष्ठे, जिनके नो सो लाभ। इन्नी तेनू रब दे विच समाउण दी जगह दे देनी है। भांडा छोटा होवे चीज थोड़ी पै जाती है, कि होया हिरदा रूपी भांडा हजे छोटा है। एक दिन ये चीज ये गुणा वाली जिहड़ी आपां गुरु कोल रह रहे हैं, इन्ने गुण गुरु भर देगा, हिरदा इन्ना विशाल हो जाएगा। इस विशाल हिरदे दे अंदर फिर गुण ही गुण होणगे, ते इन्हां गुणां दे अंदरों ही पता लग जाना कि मैं रब विच समा गया, ते नर हर अंतर नहीं। पता लग जाएगा कि भी हुण मेरे ते रब विच कोई अंतर नहीं रहा है। बड़ी औखी घाटी। सो अगला बचन जिहड़ा गुरु तेग बहादुर महाराज करदे आ, मैं पहला एक बेनती करदा इस बचन नूं विचारण तो पहला। मैं बड़ा अंदर बैठा सोचदा सा, क्योंकि ये अज दे पावन बचन दे अंदर भगत कबीर जी ने भी बा कमाल दीयां गल्लां कीतियां, इहदे विचों ही आपां लैणियां। पहली गल, जिहड़े बचन अज गुरु तेग बहादुर महाराज ने कीते आ ना, कई सज्जणां नूं लगदा है कि भी असल दे विच इह गल्लां नहीं करनियां चाहीदियां। मैं कहना क्यों नहीं करनियां चाहीदियां? जे करांगे नहीं तां साडे अंदर दी बिरती दा सानूं पता किवें लगेगा? असी इंसानियत दे विच जी रहे हैं कि हवानियत दे विच जी रहे हैं? असी मनुख बन के जी रहे हैं कि आपां जानवर बन के जी रहे हैं? किवें पता लगेगा? करतूत पशु की मानस जात, लोक विचारा करे दिन रात, किवें पता लगेगा उस गल दा? समझ पाओगे तुसी अपने आप नूं? नहीं समझ पाओगे। यही गल सीगी, एक दिन इत्थे सज्जण मैनूं कहण लगा, 2.5-3 साल बाद उन्हें मैनूं ये गल आखी, क्योंकि मैनूं भी 3 साल हो गए इत्थे। चलो तुहाडीआं दुआवां, तुहाडीआं सीसां जोड़े झाड़दे आ तुहाडे, जदों तक तुहाडीआं सीसां सतगुर कराई जांदे आ। वो सज्जण मैनूं कहंदा, तुसी क्यों इन्हां सप्पां दियां जानवरां दियां गल्लां लै के बह जांदे हो? मैं कहा फिर धन गुरु ग्रंथ साहिब महाराज विचों कढ छड्डो इन्हां नूं। देखो मेरे ते टंकन नहीं है, मेरे ते टंकन नहीं, मेरी विचार ते टंकन नहीं है, सीधा गुरु ग्रंथ साहिब महाराज ते टंकन कर रहा है। क्यों ये गल्लां लिखियां ने विच? मैं कहना ये तो गुरु ने लिखियां ने, मैं आप थोड़ा लिखिया। मैं कौन होना लिखण वाला? मैं तो सिर्फ बोलण वालियां विचों हाँ, मैं तो एक स्पीकर हाँ। अच्छा मेरी तो गुरु ने लाई ड्यूटी, मेरी लाई है सेवा, मैं तो सेवा कर रहा। पर हुण जिहड़े बचन आ वो सेवा वजों मैं तुहानूं सुना रहा, बचन तो गुरु दे आ ना। आओ इन्हां बचनां राहीं मैं फिर बेनती करां, साडे अंदर दी बिरती दी गल कीती है। जदों तक बाणी पढ़ोगे, वेखो फिर उदाहरण लै लो एक होर, शीशा वेखोगे नहीं शक्ल किवें नज़र आएगी? किवें पता लगेगा कि भी शक्ल दे उत्ते, चेहरे दे उत्ते दाग लगा है? किवें पता लगेगा कि भी कपड़ियां ते दाग लगा है? जदों तक दर्पण शीशा वेख्या नहीं जाता, अपने आप नूं चंगा नहीं तुसी कर सकदे। जदों तक तुसी बाणी पढ़ोगे नहीं, अपने अंदरों हवानियत नूं किवें मार लोगे? किवें अपने अंदरों पशुपुणा खत्म कर लांगे आपां? बाणी ने साडे अंदर दे पशुपुणे नूं खत्म कीता। जिहड़ियां अज गल्लां गुरु तेग बहादुर महाराज ने करनियां, संखेप करां, सिर्फ अपनी बिरती वाल ख्याल दौड़ायो। साडी बिरती किहो जी है, साडा अंदर किहो जिहा है? क्योंकि गल सारी मन दी है, गल सारी तन दी है। जेहो जिहा मन होवेगा ओहो जिहा तन होवेगा,
ਜਿਹੋ ਜਿਹੇ ਹਾਵ ਭਾਵ ਆਪਣੇ ਮਨ ਵਿੱਚੋਂ ਕੱਢਾਂਗੇ, ਸਰੀਰ ਤਾਂ ਉਹੋ ਜਿਹੀਆਂ ਹਰਕਤਾਂ ਕਰੇਗਾ ਨਾ। ਹੁਣ ਗੱਡੀ ਵਿੱਚ ਬੈਠਾ ਬੰਦਾ ਜਿੱਧਰ ਸਟੀਅਰਿੰਗ ਮੋੜੇਗਾ ਗੱਡੀ ਤਾਂ ਉੱਧਰ ਜਾਏਗੀ, ਬ੍ਰੇਕ ਤੇ ਪੈਰ ਧਰੇਗਾ ਤੇ ਬ੍ਰੇਕ ਵੱਜੇਗੀ, ਰੇਸ ਤੇ ਪੈਰ ਧਰੇਗਾ ਤੇ ਰੇਸ ਦੱਬੀ ਜਾਏਗੀ। ਕਹਾਣੀ ਇਹ ਹੈ, ਫੁਰਨਾ ਮਨ ਨੇ ਦੇਣਾ, ਤਨ ਨੇ ਫਿਰ ਅਗਾਂਹ ਤੁਰਨਾ ਹੈ। ਇਸੇ ਤਰ੍ਹਾਂ ਬੇਨਤੀ ਕਰਾਂ, ਸਾਡੇ ਮਨ ਦੇ ਅੰਦਰ ਜੇ ਤਾਂ ਇਨਸਾਨੀਅਤ ਹੈ, ਆਪਾਂ ਚੰਗੇ ਪਾਸੇ ਤੁਰੇ ਹਾਂ। ਜੇ ਸਾਡੇ ਅੰਦਰ ਹੈਵਾਨੀਅਤ ਹੈ, ਕਰਤੂਤ ਪਸ਼ੂਆਂ ਵਾਲੀ ਹੈ, ਫਿਰ ਚੇਤੇ ਰੱਖਾਂ ਆਪਾਂ ਫਿਰ ਅਲੱਗ ਦੁਨੀਆ ਦੇ ਅੰਦਰ ਹੀ ਜੀ ਰਹੇ ਹਾਂ। ਸੋ ਇਸੇ ਕਰਕੇ ਸੱਜਣਾ, ਕਈਆਂ ਨੂੰ ਲੱਗਦਾ ਕਿ ਵੀ ਬਾਣੀ ਸਾਡੇ ਫਿੱਟ ਨਹੀਂ ਬਹਿੰਦੀ। ਪਤਾ ਕਿਉਂ ਨਹੀਂ ਬਹਿੰਦੀ? ਕਿਉਂਕਿ ਸਾਡੀ ਬਿਰਤੀ ਉਹਨਾਂ ਵਰਗੀ ਹੋ ਚੁੱਕੀ ਹੈ। ਸਰੋ ਵਿਚਾਰ ਕੱਲ ਗੱਲ ਕੀਤੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਿਮਰਨ ਹੈ ਉਹ ਮੁਕਤ ਨੇ, ਰੱਬ ਦਾ ਰੂਪ ਨੇ। ਪਰ ਅੱਜ ਦੇ ਬਚਨ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਕਮਾਲ ਕਰ ਜਾਂਦੇ ਆ। ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ। ਹੁਣ ਇਹਨੂੰ ਧਿਆਨ ਨਾਲ ਸੁਣਿਓ, ਕਹਿੰਦੇ ਇੱਕ ਪਰਮਾਤਮਾ ਦੀ ਭਗਤੀ ਜਿਸ ਹਿਰਦੇ ਮਨ ਦੇ ਅੰਦਰ ਨਹੀਂ, ਇਹਦੇ ਭਾਵ ਅਰਥ ਨੇ ਜਿਸ ਹਿਰਦੇ ਦੇ ਅੰਦਰ ਇੱਕ ਪਰਮਾਤਮਾ ਦੀ ਭਗਤੀ ਨਹੀਂ। ਕੱਲ ਸਿਮਰਨ ਵਾਲਿਆਂ ਦੀ ਗੱਲ ਕੀਤੀ ਸੀ, ਅੱਜ ਕਹਿੰਦੇ ਜਿਸ ਹਿਰਦੇ ਦੇ ਅੰਦਰ ਪਰਮਾਤਮਾ ਦੀ ਭਗਤੀ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਬੜੀ ਵੱਡੀ ਗੱਲ ਕਹਿ ਗਏ। ਉਹਨੂੰ ਤੁਲਨਾ ਵੇਖੋ ਕਿੱਥੇ ਦਿੰਦੇ ਆ ਸਤਿਗੁਰੂ ਜੀ, ਕਹਿੰਦੇ ਆ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਧਨ। ਹੁਣ ਮੈਂ ਅਰਥ ਕਰਨ ਲੱਗਾ, ਇਹਨਾਂ ਨੂੰ ਧਿਆਨ ਨਾਲ ਸੁਣਿਓ। ਜੈਸੇ ਸੂਕਰ ਦਾ ਅਰਥ ਹੁੰਦਾ ਜੀ ਸੂਰ। ਸੂਰ ਦਾ ਕੰਮ ਹੈ ਗੰਦਗੀ ਵਿੱਚ ਮੂੰਹ ਮਾਰਨਾ। ਤੇ ਸਵਾਨ ਦਾ ਜਿਹੜਾ ਅਰਥ ਹੈਗਾ ਆ, ਸੂਕਰ ਦਾ ਅਰਥ ਹੈ ਜੀ ਸੂਰ, ਸਵਾਨ ਦਾ ਅਰਥ ਹੈ ਕੁੱਤਾ। ਹੁਣ ਸਤਿਗੁਰੂ ਜੀ ਕਹਿ ਰਹੇ ਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਗੱਲ ਬਿਰਤੀ ਦੀ ਹੈ। ਕਹਿਣ ਲੱਗੇ ਉਹ ਬੰਦਾ ਸੂਰ ਹੈ, ਉਹ ਬੰਦਾ ਕੁੱਤਾ ਹੈ ਜਿਹੜਾ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਗੱਲ ਤਾਂ ਬਿਰਤੀ ਦੀ ਹੈ, ਮੈਂ ਨਹੀਂ ਕਹਿ ਰਿਹਾ। ਫਿਰ ਇੱਕ ਨਾ, ਜਦੋਂ ਤੁਸੀਂ ਸ਼ਲੋਕ ਸਹਿਸਕ੍ਰਿਤੀ ਪੜ੍ਹਦੇ ਹੋ, ਗੁਰੂ ਅਰਜਨ ਦੇਵ ਮਹਾਰਾਜ ਉੱਥੇ ਇੱਕ ਬੜਾ ਕਮਾਲ ਦਾ ਵਚਨ ਕਰਦੇ ਆ, ਗੁਰ ਮੰਤਰ ਹਿਣਸੈ ਜੋ ਪ੍ਰਾਣੀ ਤ੍ਰਿਗੰਤ ਜੋਣ ਭ੍ਰਸ਼ਟਨ ਹੈ। ਭਾਵ ਅਰਥ ਇਹਦੇ ਕਰਦੇ ਆ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰੂ ਮੰਤਰ ਤੋਂ, ਮੰਤਰ ਦਾ ਅਰਥ ਉਹ ਨਹੀਂ ਜਿਹੜੇ ਬਾਬੇ ਅੱਜ ਸਾਡੇ ਗਲਾਂ ਵਿੱਚ ਪਾ ਹਨਾ ਜੀ ਡੋਰੀਆਂ, ਕਿਸੇ ਨੇ ਗਿੱਟਿਆਂ ਨਾਲ ਬੰਨੀਆਂ, ਕਿਸੇ ਨੇ ਬਾਹਾਂ ਨਾਲ ਬੰਨੀਆਂ ਹਨਾ ਜੀ, ਕਿਸੇ ਨੇ ਗਲਾਂ ਵਿੱਚ ਪਾਈਆਂ, ਉਹ ਮੰਤਰ ਨਹੀਂ। ਚਲੋ ਭਰਮ ਹੈ, ਇੱਕ ਭੁਲੇਖਾ, ਪਖੰਡ ਹੈ ਉਹ। ਇੱਥੇ ਮੰਤਰ ਦਾ ਅਰਥ ਕੀ ਹੈ? ਸਤਿਗੁਰੂ ਜੀ ਕਹਿੰਦੇ ਇੱਥੇ ਨਾਲ ਸ਼ਬਦ ਵੇਖੋ ਕਿੰਨਾ ਕਮਾਲ ਦਾ, ਗੁਰ ਮੰਤਰ ਹਿਣਸੈ। ਮੰਤਰ ਦਾ ਅਰਥ ਹੈ ਜਿਹੜਾ ਗੁਰੂ ਉਪਦੇਸ਼ ਤੋਂ ਸਖਣਾ ਹੈ। ਗੁਰ ਮੰਤਰ ਹਿਣਸੈ ਜੋ ਪ੍ਰਾਣੀ ਤ੍ਰਿਗੰਤ ਜੋਨ ਭ੍ਰਸ਼ਟਨ ਹੈ। ਕਹਿਣ ਲੱਗੇ ਉਹਦਾ ਆਉਣਾ ਸੰਸਾਰ ਤੇ ਉਹਦੀ ਤਾਂ ਜੂਨੀ ਭ੍ਰਸ਼ਟ ਹੈ। ਅੱਗੇ ਵੇਖੋ ਕਿੰਨੀ ਕਮਾਲ ਦੀ ਗੱਲ ਕਹਿੰਦੇ ਆ, ਸੂਕਰ ਹੈ, ਕੂਕਰ ਹੈ, ਗਰਦਪ ਹੈ, ਕਾਕਾ ਹੈ। ਅੱਗੇ ਇਹ 5 ਨਾਂ ਲੈਂਦੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ। ਪਹਿਲਾ ਨਾਮ ਲਿਆ ਸੂਕਰ ਹੈ। ਸੂਕਰ ਦਾ ਅਰਥ ਹੈ ਉਹ ਸੂਰ ਹੈ ਜਿਹੜਾ ਰੱਬ ਦਾ ਨਾਮ ਨਹੀਂ ਲੈਂਦਾ। ਸੂਕਰ ਹੈ, ਕੂਕਰ ਹੈ, ਕੂਕਰ ਦਾ ਅਰਥ ਹੈ ਜੀ ਕੂਕਰ ਭਾਵ ਕੁੱਤਾ। ਸੂਕਰ ਹੈ, ਕੂਕਰ ਹੈ, ਗਰਦਪ ਹੈ, ਕਾਕਾ ਹੈ। ਚੌਥਾ ਨਾਮ ਲੈਂਦੇ ਉਹ ਕਾਂ ਬਿਰਤੀ ਦਾ ਹੈ। ਤੇ ਪੰਜਵਾਂ ਨਾਮ ਲੈਂਦੇ ਆ, ਕਹਿਣ ਲੱਗੇ ਸਰਪਨ ਹੈ, ਤੁਲਖਲ ਹੈ। ਤੁਲ ਦਾ ਅਰਥ ਖਲ ਹੈ। ਕਹਿਣ ਲੱਗੇ ਇਹਦੇ ਵਰਗਾ ਮੂਰਖ ਬੰਦਾ ਹੀ ਦੁਨੀਆ ਤੇ ਕੋਈ ਨਹੀਂ। ਕਹਿਣ ਲੱਗੇ ਪੰਜੇ ਬਿਰਤੀਆਂ ਰੋਜ਼ ਇਹਦੇ ਅੰਦਰ ਭਟਕਦੀਆਂ ਫਿਰਦੀਆਂ ਨੇ। ਇੰਨੇ ਨਾਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਮਾਲ ਕਰ ਗਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਹ ਹੈ ਬੰਦਾ, ਬਿਰਤੀ ਹੋਇਆ, ਕਰਤੂਤ ਪਸ਼ੂ ਕੀ ਹੈ, ਤਾਂ ਹੀ ਕਹਿਣਾ ਪਿਆ। ਸੋ ਰੋ ਵਿਚਾਰ। ਚਲੋ ਇੱਕ ਤਾਂ ਇਹ ਹੈ, ਜਿੱਥੇ ਵੈਸੇ ਤਾਂ ਬਾਣੀ ਦੇ ਅੰਦਰ ਸਭ ਤੋਂ ਸ੍ਰੇਸ਼ਟ ਜੂਨੀ ਜਿਹੜੀ ਆ ਮਨੁੱਖਾ ਜੂਨੀ ਹੈ ਬਾਣੀ ਦੇ ਅੰਦਰ। ਐਵੇਂ ਬਾਣੀ ਵਿੱਚ ਕਿਹਾ ਥੋੜਾ ਕਿਹਾ ਗਿਆ, ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ। ਸਭ ਤੋਂ ਸਰਦਾਰ ਮਨੁੱਖ ਨੂੰ ਮੰਨਿਆ ਗਿਆ ਜੀ। ਹੁਣ ਸਤਿਗੁਰੂ ਜੀ ਕਹਿੰਦੇ ਆ ਕਿਤੇ ਕਿਤੇ ਜਾ ਕੇ ਤੇ ਬਾਣੀ ਨੇ ਕਹਿ ਦਿੱਤਾ, ਉਹ ਬੰਦਿਆ ਤੂੰ ਤਾਂ ਜਾਨਵਰਾਂ ਨਾਲੋਂ ਵੀ ਬੜਾ ਭੈੜਾ, ਤੇਰੇ ਨਾਲੋਂ ਤਾਂ ਚੰਗੇ। ਕਿਤੇ ਬਾਣੀ ਦੇ ਅੰਦਰ ਜੇ ਉਹਨਾਂ ਦੇ ਔਗਣ ਲਏ ਗਏ ਆ
कल वैसे आपां वो जानवरां दे गुणां दी गल करनी है कल दे बचन दे अंदर, पर सतगुरु जी दा एक भगत कबीर जी दा बचन है। कहन लगे बंदिया तेरे वल जदों मैं वेखदा ना बड़ा मैं हैरान हुंदा ते माफ करना। अज मैं जदों बचन पढ़िया तो मेरे पैरों थल्लों जमीन खिसक गई, पैरों थल्लों जमीन खिसक गई। मैं क्या भगत कबीर जी किवें मैं अर्थ करांगा इहदे। सुनन वालियां ने कहना कि भी ये की कहानी वरत गई, क्योंकि कन्नां नूं जदों आवाज़ ये जाएगी किसी दे तो उहदे कन्न की कहणगे कि भगत कबीर जी आ कह रहे आ। मैं आप जी दे नाल वचन साझा कर दिना, भावर्थ भी कर दियांगा, पर मेरे अपने नहीं भगत कबीर जी कह रहे आ। भगत कबीर जी कहते कबीर बैसनों की कूकर भली साकत की बुरी माए। अर्थ करा ये देखो माफ करना अपनी बिरती तक सिमत रहिए, आपां भाव गलत ना लैके जाओ। भगत कबीर जी कहते कबीर बैसनों की कूकर भली। बैसनों का अर्थ होंदा साधु भगती करने वाला। कबीर बैसनों की कूकर भली, कूकर का अर्थ उत्ते विद्वान सज्जणा ने जिहड़ा कीता वो कीता कुत्ती। कहन लगे असल दे विच उस साधु दी कुत्ती बड़ी चंगी है, साकत की बुरी माए। ते मैं जदों आ शब्द पढ़े मेरे पैरों तलों जमीन खिसक गई। मैं कहना कि भी एडी खद भगत कबीर जी कमाल कर गए। अगे बड़ा कमाल दा उन्होंने लिखिया कबीर बैसनों की कूकर भली साकत की बुरी माए। ओ सुनै नित हर जस ओ पाप बिहाहन जाए। कहन लगे एक जिहड़ी रोज कुटिया दे कोल बह के भगत दी रोज बंदगी अपने कन्नां राहीं सुनदी है वो कूकर भली है। कहन लगे दूजे थां ते साकत दी मां कहंदे पाप बिहाहन जाए। कहंदे किनू चंगा आखोगे तुसी, बंदे नू चंगा आखोगे या वो कूकर नू चंगा आखोगे। एक होर बचन मैं तुहाडे नाल साझा करदा, भगत कबीर जी का शायद बचन है, भगत कबीर जी का ही है। कबीर बैसनो ते कबीर साकत ते सूकर भला। इत्थे तो चलो कुत्ते दे नाल है ना जी, क्या भगत कबीर जी ने उत्थे सूर की गल, क्योंकि अज दो बचन आए एक सूकर ते एक सुहान। संखेप करदे विचार नूं भगत कबीर जी कहंदे आ कबीर साकत ते सूकर भला रखै आछा गाओ। कहंदे ओ बंदिया तेरे नालों किन्ना चंगा सूर है। सूर नूं आपां कहने आ चलो औगण भी ले आ ओदे, जिथे क्या सतगुरु जी ने कि भी जैसे सूकर सुहान नानक मानो ताए तन, तेरा तन ते सूकर ते सुहान वर्गा है। पर उत्थे नाल ये भी कह दिता कि बंदिया तेरे नालों चंगा ते कई गुणा सूर है। हुण सूर नूं चंगा क्यों क्या भगत कबीर जी ने उत्थे बड़ी रमज दे गए। भगत कबीर जी कहन लगे साकत ते सूकर भला रख है आछा गाओ। क्यों भला पावे? कहन लगे बंदिया तेरे नालों सूर पता क्यों चंगा है। कहन लगे पिंड की सारी गंदगी साफ तो कर दिंदा, तू गंदगी की साफ करनी है? तू तो जिथे बहना गंदगी पा के आउना। औगणा भरिया बंदा है ना, जिथे बहेगा औगण छड्डेगा ही छड्डेगा। अपने नाल जिन्नियां नूं पाएगा सब दे नाल वो गंदगी शेयर करेगा ते सब दे अंदर वो गंदगी भरेगा। कहन लगे तू साफ करन दी बजाए सगों गंदगी पा के आ गया। हुण वेखो ये बचन सतगुरु जी ने कीते आ। मैं कहना धन गुरु ग्रंथ साहिब महाराज कमाल कर दी बाणी दे अंदर, कमाल कीती पई आ सतगुरु जी ने। सतगुरु जी कहंदे बंदिया तेरे नालों चंगा कई गुण लैके ये बैठे आ। तेरे वल जदों झात मारदा तेनू तां रब ने, मैं अज ना पढ़दा सां बड़ी कमाल दी एक गल। कहन लगे जानवर भी अज रब नूं पुकारां करदे आ। जिन्ना संसार दे उत्ते गंदगी बंदे ने बुलाई है ना, कहंदे अज तां जमीन ते तुरन वाले आकाशां विच तुरन वाले रब अगे ओ जी फरियादा करदे आ, रब्बा तू सब तो श्रेष्ठ बना के बंदा घल्लिया, पर इहदा हाल ते साडे नालों भी मंदड़ा हो गया। इन्हें ना धरती छड्डी ना पानी छड्डे ना इन्हें कुदरत छड्डी, इन्हें ते इन्ना गंद पा दिता। असी भी इन्ना नहीं पाया जिन्हें इन्हें पा दिता है। वो भी पुकारां पे करदे आ। साडे सामने है संसार, साडे तो लुकिया छिपिया थोड़ा कुछ। जे कोई लुपिया है तो तुहानूं पता होएगा सब कुछ सामने है। गुरु तेग बहादुर महाराज कहंदे आ एक भगत भगवान
ਜਿਹਦੇ ਅੰਦਰ ਇੱਕ ਪਰਮਾਤਮਾ ਦੀ ਭਗਤੀ ਨਹੀਂ, ਜੇ ਪ੍ਰਾਨੀ ਕੈ ਨਾਹਿ ਮਨ, ਉਹਦੇ ਮਨ ਵਿੱਚ ਰੱਬ ਨਹੀਂ ਹੈ, ਤੇ ਸਤਿਗੁਰੂ ਜੀ ਕਹਿੰਦੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਹ ਜਿਹੜਾ ਸਰੀਰ ਹੈ ਨਾ, ਉਹ ਜਿਹੜਾ ਤਨ ਹੈ, ਉਹ ਸਵਾਨ ਤੇ ਸੂਕਰ ਦੀ ਨਿਆਈ ਹੈ। ਸੋ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ, 2-3 ਮਿੰਟ ਤੁਹਾਡੇ ਵਾਧੂ ਲੈ ਗਿਆ, ਇਹ ਪਾਵਨ ਬਚਨ ਸਾਡੇ ਹਿਰਦੇ ਅੰਦਰ ਵਸ ਜਾਏ। ਸੋ ਗੱਲ ਫਿਰ ਮੈਂ ਬੇਨਤੀ ਕਰਾਂ, ਗੱਲ ਸਿਰਫ ਸਾਡੀ ਬਿਰਤੀ ਦੀ ਹੈ। ਜੋ ਬਿਰਤੀ ਕਹੇਗੀ ਉਹ ਤਨ ਕਰੇਗਾ। ਆਪਣੇ ਮਨ ਨੂੰ, ਆਪਣੀ ਬਿਰਤੀ ਨੂੰ ਚੰਗਾ ਬਣਾਈਏ, ਤਨ ਵੀ ਚੰਗਾ ਬਣ ਜਾਏਗਾ। ਸੋ ਸਤਿਗੁਰ ਦਾਤਾ ਕਿਰਪਾ ਕਰੇ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ